ਸਤਿ ਸ੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੇਸਿੰਗ ਆਡੀਓ ਟੀਮ ਦੇ ਵੱਲੋਂ ਹਾਂ। ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਸਮਰਥ ਮਾਰਗ ਯਾਨੀ ਸੱਚਾ ਮਾਰਗ ਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਲਿਖਦੇ ਨੇ, ਅਧਿਆਤਮਿਕ ਉન્નਤੀ 3 ਵਿਸ਼ਿਆਂ ਤੋਂ ਜੁੜੀ ਹੋਈ ਹੈ। ਜਾਣਨਾ, ਦੇਖਣਾ ਤੇ ਮਹਿਸੂਸ ਕਰਨਾ। ਇੱਕ ਸਤਰ ਤੇ ਪਹੁੰਚਣ ਦੇ ਬਾਅਦ ਤੁਸੀਂ ਸੱਚ ਤੇ ਝੂਠ ਵਿੱਚ ਫਰਕ ਕਰ ਪਾਓਗੇ। ਫਿਰ ਤੇ ਤੁਸੀਂ ਖੁਦ ਹੀ ਸੱਚ ਦੇ ਨਾਲ ਰਹੋਗੇ। ਪਰ ਜਦ ਤੱਕ ਤੁਸੀਂ ਸੱਚ ਨੂੰ ਮਹਿਸੂਸ ਨਹੀਂ ਕਰਦੇ, ਉਹਨੂੰ ਨਹੀਂ ਅਪਣਾਉਂਦੇ, ਤਦ ਤੱਕ ਤੁਸੀਂ ਆਪਣੇ ਅਸਲੀ ਤੇ ਆਖਰੀ ਲਕਸ਼ ਤੱਕ ਨਹੀਂ ਪਹੁੰਚੇ। ਤੁਸੀਂ ਜੋ ਕੁਝ ਸਿੱਖਿਆ ਹੈ ਉਹ ਦੂਜਿਆਂ ਨੂੰ ਦੱਸੋ, ਲੇਕਿਨ ਕਦੀ ਵੀ ਤਰਕ ਵਿਤਰਕ ਨਾ ਕਰਿਓ। ਸਭ ਦਾ ਤਜਰਬਾ ਅਲੱਗ-ਅਲੱਗ ਹੁੰਦਾ ਹੈ। ਹਰ ਤਜਰਬਾ ਆਤਮ ਅਭਿਵਿਰਧੀ ਵਿੱਚ ਮਦਦਗਾਰ ਹੋਵੇਗਾ। ਸਾਰੇ ਵਿਸ਼ਿਆਂ ਨੂੰ ਸੁਣਦੇ ਹੋਏ, ਵਿਆਪਕ ਨਜ਼ਰੀਆ ਰੱਖਦੇ ਹੋਏ, ਸੱਚ ਨੂੰ ਦੇਖ ਕੇ ਤਜਰਬਾ ਕਰ ਪਾਰੰਗਤ ਹੋ ਪਾਵੋਗੇ। ਆਪਣੇ ਵਿਗਿਆਨ ਦੇ ਉੱਤੇ ਘਮੰਡ ਨਾ ਕਰਿਓ। ਅਧਿਆਤਮਿਕ ਮਾਰਗ ਵਿੱਚ ਮੇਰਾ ਪ੍ਰਾਪਤ ਹੋਇਆ ਗਿਆਨ ਦੂਜਿਆਂ ਵਾਸਤੇ ਫਾਇਦੇਮੰਦ ਹੋਵੇ, ਮੈਨੂੰ ਬਹੁਤ ਹੀ ਖੁਸ਼ੀ ਹੋਵੇਗੀ। ਸਦਾ ਇਸ ਤਰ੍ਹਾਂ ਦੇ ਭਾਵ ਵਿੱਚ ਹੀ ਰਹੋ। ਕੁਝ ਲੋਕੀ ਇੱਕ ਸਤਰ 'ਤੇ ਆ ਕੇ ਇਹ ਸਮਝਦੇ ਨੇ ਕਿ ਦੂਜਿਆਂ ਤੋਂ ਦੂਰ ਜਾ ਕੇ ਅਕੇਲੇ ਵਿੱਚ ਉਹਨਾਂ ਦੀ ਤਰੱਕੀ ਛੇਤੀ ਹੋਵੇਗੀ। ਇਹ ਵੀ ਸੱਚ ਹੈਗਾ ਕਿ ਸੰਸਾਰਿਕ ਵਿਸ਼ਿਆਂ ਦੇ ਇਲਾਵਾ ਦੂਜੇ ਵਿਸ਼ੇ ਉਹਨਾਂ ਦੇ ਆਪਣੇ ਮੁਆਇਨੇ ਵਿੱਚ ਮਦਦਗਾਰ ਹੋਣਗੇ। ਲੇਕਿਨ ਇਹ ਵੀ ਸੱਚ ਹੈ ਕਿ ਥੋੜ੍ਹੀ ਜਿਹੀ ਤਰੱਕੀ ਦੇ ਬਾਅਦ ਵਿਗਿਆਨ ਦੀ ਕੋਈ ਲੋੜ ਨਹੀਂ ਰਹਿੰਦੀ। ਉਹਨਾਂ ਦਾ ਹਿਰਦੇ ਪ੍ਰੇਮ, ਸਨੇਹ ਅਤੇ ਦਇਆ ਨਾਲ ਭਰਾ ਹੋਣ ਦੇ ਕਾਰਨ ਉਹਨਾਂ ਨੂੰ ਦੂਜਿਆਂ ਦੀ ਮਦਦ ਕਰਨ ਦੀ ਪ੍ਰਬਲ ਇੱਛਾ ਹੋਵੇਗੀ। ਜੋ ਖੁਦ ਉਹਨਾਂ ਨੇ ਤਜਰਬਾ, ਖੁਸ਼ੀ, ਸ਼ਾਂਤੀ ਅਤੇ ਆਨੰਦ ਪਾਇਆ ਹੈਗਾ, ਉਹ ਸੁੱਖ ਦੂਜਿਆਂ ਨੂੰ ਵੀ ਹਾਸਲ ਹੋਵੇ। ਆਪਣੇ ਤੰਗ ਅਤੇ ਸੰਕੀਰਨ ਵਿਚਾਰਾਂ ਨੂੰ ਛੱਡ ਕੇ ਉਹ ਦੂਜਿਆਂ ਨੂੰ ਚੰਗਾ ਮਸ਼ਵਰਾ ਦੇ ਕੇ ਉੱਨਤੀ ਦੇ ਮਾਰਗ ਦੇ ਉੱਤੇ ਚਲਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲੇ ਵੀ ਇਸ ਤਰ੍ਹਾਂ ਦੇ ਕਈ ਵੱਡੇ ਮਹਾਨ ਮਾਸਟਰਸ ਹਨ। ਪ੍ਰਿਥਵੀ ਲੋਕ ਦੇ ਜਨਮ ਮਰਨ ਦੇ ਚੱਕਰ ਨੂੰ ਪਾਰ ਕਰਨ ਦੇ ਬਾਅਦ ਦੂਜੇ ਲੋਕਾਂ ਵਿੱਚ ਆਤਮ ਅਭਿਵਿਰਧੀ ਅਵਕਾਸ਼, ਸੈਲਫ ਐਨਹੈਂਸਮੈਂਟ ਵੈਕੇਸ਼ਨ ਹੈਗਾ। ਅਧਿਆਤਮਿਕ ਉੱਨਤੀ ਦੇ ਅਨੁਸਾਰ ਆਤਮਾ ਆਪਣੇ ਆਪਣੇ ਲੈਵਲ ਦੇ ਮੁਤਾਬਿਕ ਸੂਖਸ਼ਮ ਲੋਕਾਂ ਦੇ ਵਿੱਚ ਪਹੁੰਚਦੀ ਹੈ। ਸਾਨੂੰ ਕਦੀ ਵੀ ਕੌਣ ਮਹਾਨ ਹੈਗਾ, ਉਹਨਾਂ ਨੇ ਜੋ ਵੀ ਕਿਹਾ, ਉਹ ਉਹਨਾਂ ਦੀ ਸੀਮਿਤ ਜਾਣਕਾਰੀ ਹੈ। ਜੈਸੇ ਤਰਕ ਵਿਤਰਕ ਵਿੱਚ ਨਹੀਂ ਪੈਣਾ ਚਾਹੀਦਾ। ਇਸ ਦੇ ਬਜਾਏ ਤੁਸੀਂ ਗੌਰ ਕਰਿਓ ਕਿ ਕਿਹੜੀ ਗਲਤਫਹਿਮੀ, ਗਲਤੀ ਜਾਂ ਝੂਠ ਦੇ ਕਾਰਨ ਅਨੇਕ ਸਮੂਹਾਂ ਦੇ ਵਿੱਚ ਪਰੇਸ਼ਾਨੀ ਜਾਂ ਅਸੁਵਿਧਾਜਨਕ ਸਥਿਤੀ ਪੈਦਾ ਹੋਈ। ਇਸ ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਗੇ ਮਨਨ ਕਰਾਂਗੇ। ਕਈ ਮਾਸਟਰਸ ਇਸ ਧਰਤੀ 'ਤੇ ਪੈਦਾ ਹੋਏ। ਕੋਈ ਕੁਝ ਵੀ ਕਵੇ, ਲੇਕਿਨ ਸਭ ਨੇ ਰੱਬ ਇੱਕੋ ਹੀ ਹੈਗਾ, ਉਹਦਾ ਹੀ ਅੰਸ਼ ਸਭ ਜੀਵਾਂ ਦੇ ਵਿੱਚ ਹੈਗਾ, ਇਹੋ ਕਿਹਾ ਹੈ। ਪਰ ਉਹ ਸਭੀ ਦੂਜੇ ਵਿਸ਼ਿਆਂ ਵਿੱਚ ਅਲੱਗ-ਅਲੱਗ ਸਮਝ ਰੱਖਣ ਦੇ ਕਾਰਨ ਲੋਕਾਂ ਦੇ ਵਿੱਚ ਸ਼ੰਕਾ ਪੈਦਾ ਕਰਕੇ, ਗੜਬੜੀ ਫੈਲਾ ਕੇ ਅਨੇਕ ਸ਼ਾਖਾ ਅਤੇ ਮਤ ਪੈਦਾ ਕਰਨ ਦਾ ਕਾਰਨ ਬਣੇ। ਕਿਸੇ ਵੀ ਮਾਸਟਰਸ ਨੇ ਅਲੱਗ ਧਰਮ ਪੰਥ ਦੀ ਸਥਾਪਨਾ ਨਹੀਂ ਕੀਤੀ। ਉਹਨਾਂ ਦੇ ਸਮਰਥਕਾਂ, ਅਨੁਯਾਈਆਂ ਨੇ ਆਪਣੇ ਸਵਾਰਥ ਖਾਤਰ ਅਲੱਗ-ਅਲੱਗ ਪੰਥ ਬਣਾਏ। ਕੁਝ ਸ਼ਿਸ਼ਿਆਂ ਨੇ ਮਾਸਟਰਸ ਦੇ ਗਿਆਨ ਨੂੰ ਤੇ ਖੁਦ ਚੰਗੀ ਤਰ੍ਹਾਂ ਸਮਝਿਆ ਨਹੀਂ, ਪਰ ਆਪਣੀ ਤਰ੍ਹਾਂ ਦੇ ਮਾੜੇ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਆਪਣੇ ਨਾਲ ਮਿਲਾ ਕੇ ਜਨਤਾ ਦੇ ਵਿੱਚ ਆਪਣੀ ਪ੍ਰਸਿੱਧੀ ਖਾਤਰ ਤੇ ਉਹਨਾਂ ਨੂੰ ਆਪਣੇ ਸਵਾਰਥ ਲਈ ਵਸ਼ ਕਰਨ ਵਾਸਤੇ ਮਾਸਟਰਸ ਦੇ ਗੂੜ੍ਹ ਗਿਆਨ ਦੇ ਵਿੱਚ ਆਪਣੇ ਮਨ ਘੜੰਤ ਵਿਸ਼ਿਆਂ ਨੂੰ ਜੋੜ ਕੇ ਦੱਸਿਆ। ਉਹ ਤੇ ਬਸ ਆਪਣੀ शारीरिक ਤੇ ਮਾਨਸਿਕ ਇੱਛਾਵਾਂ ਦੀ ਪੂਰਤੀ ਲਈ ਅਧਿਕਾਰ ਪ੍ਰਾਪਤ ਕਰਨ ਖਾਤਰ ਜਨਤਾ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਸਨ। ਇਸ ਲਈ
ਅਸੀਂ ਮਾਸਟਰਸ ਨੂੰ ਕਿਸੇ ਵੀ ਤਰ੍ਹਾਂ ਕਸੂਰਵਾਰ ਨਹੀਂ ਮੰਨ ਸਕਦੇ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਅਧਿਆਤਮਿਕ ਮਾਸਟਰਸ ਨੇ ਅਲਪ ਗਿਆਨੀਆਂ ਦੀ, ਦਵੇਸ਼ੀਆਂ ਦੀ ਪਰਿਕਲਪਨਾ ਜਾਂ ਅਟਕਲਾਂ ਨੂੰ ਕਿਉਂ ਮਾਨਤਾ ਦਿੱਤੀ। ਕੁਝ ਫਿਲਾਸਫਰਸ ਦੇ ਮਨ ਵਿੱਚ ਇਸ ਤਰ੍ਹਾਂ ਦੇ ਵੇ ਪ੍ਰਸ਼ਨ ਉੱਠਦੇ ਨੇ। ਸਭ ਤੋਂ ਪ੍ਰਮੁੱਖ ਸ਼ੰਕਾ ਅਤੇ ਸਵਾਲ ਸਵਰਗ ਅਤੇ ਨਰਕ ਦੇ ਬਾਰੇ ਵਿੱਚ ਹੈਗਾ। ਗੌਤਮ ਬੁੱਧ ਦੇ ਇਲਾਵਾ ਜ਼ਿਆਦਾਤਰ ਮਾਸਟਰਸ ਨੇ ਸਵਰਗ ਨਰਕ ਹੋਣ ਦਾ ਮਤ ਦਿੱਤਾ ਹੈ, ਪਰ ਇਹਦੇ ਵਿੱਚ ਕਿੰਨੀ ਸੱਚਾਈ ਹੈ? ਅਸਲ ਵਿੱਚ ਰੱਬ ਨੇ ਸਵਰਗ ਨਰਕ ਨਹੀਂ ਬਣਾਇਆ। ਯਦ ਪਾਵਮ ਤਦ ਭਵਤੀ। ਸਭ ਤੋਂ ਪਹਿਲਾਂ ਨਰਕ ਦੇ ਬਾਰੇ ਵਿੱਚ ਚਰਚਾ ਕਰਾਂਗੇ। ਸਾਰੇ ਮਾਸਟਰਸ ਦੀ ਦਿੱਤੀ ਹੋਈ ਜਾਣਕਾਰੀ ਦੇ ਅਨੁਸਾਰ ਮਨੁੱਖ ਚੰਗੇ ਕਰਮ ਕਰਨ ਦੇ ਫਲਸਵਰੂਪ ਇਸ ਪ੍ਰਿਥਵੀ ਤੋਂ ਵੀ ਉੱਨਤ ਲੋਕਾਂ ਵਿੱਚ ਜਾ ਕੇ ਔਰ ਵੀ ਜ਼ਿਆਦਾ ਗਿਆਨ ਪ੍ਰਾਪਤ ਕਰਕੇ ਆਪਣੀ ਆਤਮਾ ਦੀ ਤਰੱਕੀ ਕਰ ਸਕਦੇ ਹਨ। ਨਹੀਂ ਤੇ ਪ੍ਰਿਥਵੀ ਲੋਕ ਨੂੰ ਛੱਡਣ ਦੇ ਬਾਅਦ ਵੀ ਮੁਸ਼ਕਿਲਾਂ ਹੋਣਗੀਆਂ। ਇਹ ਤਾਂ ਸਭ ਨੂੰ ਪਤਾ ਹੈਗਾ ਅਤੇ ਸਾਧਾਰਨ ਜਾਣਕਾਰੀ ਹੈਗੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਕਰਾਂਗੇ। ਧੰਨਵਾਦ, ਸ਼ੁਕਰੀਆ।